ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ। ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਬੜੀ ਪੁਰਾਣੀ ਗੱਲ ਹੈ। ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ। ਉਸ ਦੀਆਂ 3 ਧੀਆਂ ਸਨ। ਇਹ ਤਿੰਨੇ ਦੇਖਣ ਵਿੱਚ ਬਹੁਤ ਖੂਬਸੂਰਤ ਸਨ, ਬਿਲਕੁਲ ਰਾਜਕੁਮਾਰੀ ਵਾਂਗ। ਤੇ ਵਪਾਰੀ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦਾ ਸੀ। ਖਾਸ ਕਰਕੇ ਆਪਣੀ ਛੋਟੀ ਧੀ ਨਾਲ ਉਸ ਦਾ ਬਹੁਤ ਪਿਆਰ ਸੀ। ਇੱਕ ਵਾਰ ਵਪਾਰੀ ਵਪਾਰ ਕਰਨ ਲਈ ਵਿਦੇਸ਼ ਜਾਣ ਲੱਗਾ। ਉਸਨੇ ਆਪਣੀਆਂ 3 ਧੀਆਂ ਤੋਂ ਪੁੱਛਿਆ ਕਿ ਉਹ ਆਪਣੀਆਂ ਧੀਆਂ ਵਾਸਤੇ ਕੀ ਲੈ ਕੇ ਆਵੇ। ਵੱਡੀ ਧੀ ਨੇ ਕਿਹਾ, ਪਿਤਾ ਜੀ, ਮੈਨੂੰ ਸੋਨੇ ਦੀ ਪਲੇਟ ਚਾਹੀਦੀ ਹੈ। ਵਿਚਕਾਰਲੀ ਧੀ ਨੇ ਕਿਹਾ, ਮੈਨੂੰ ਸੋਨੇ ਦਾ ਪੱਖਾ ਚਾਹੀਦਾ ਹੈ। ਤੇ ਛੋਟੀ ਧੀ ਨੇ ਕਿਹਾ, ਮੈਨੂੰ ਸੋਨੇ ਦਾ ਸੇਬ ਚਾਹੀਦਾ ਹੈ। ਫਿਰ ਵਪਾਰੀ ਵਪਾਰ ਕਰਨ ਲਈ ਵਿਦੇਸ਼ ਚਲਾ ਗਿਆ। ਤੇ ਜਦੋਂ ਵਪਾਰੀ ਆਪਣਾ ਕਾਰੋਬਾਰ ਖਤਮ ਕਰਕੇ ਵਾਪਸ ਪਰਤਿਆ ਤਾਂ ਉਸਨੇ ਵੱਡੀ ਧੀ ਲਈ ਸੋਨੇ ਦੀ ਥਾਲੀ ਲਈ ਅਤੇ ਵਿਚਕਾਰਲੀ ਧੀ ਲਈ ਸੋਨੇ ਦਾ ਪੱਖਾ ਲਿਆ। ਪਰ ਛੋਟੀ ਧੀ ਲਈ ਉਸ ਨੂੰ ਸੋਨੇ ਦਾ ਸੇਬ ਕਿਤੇ ਵੀ ਨਾ ਮਿਲਿਆ। ਵਪਾਰੀ ਨੇ ਵਾਪਸ ਆ ਕੇ ਆਪਣੀਆਂ ਦੋਵਾਂ ਧੀਆਂ ਨੂੰ ਉਹ ਕੁਝ ਦਿੱਤਾ ਜੋ ਉਹਨਾਂ ਮੰਗਵਾਇਆ ਸੀ। ਦੋਵੇਂ ਧੀਆਂ ਆਪਣੀ ਮਨਪਸੰਦ ਚੀਜ਼ ਪਾ ਕੇ ਬਹੁਤ ਖੁਸ਼ ਹੋਈਆਂ। ਫਿਰ ਵਪਾਰੀ ਨੇ ਆਪਣੀ ਛੋਟੀ ਧੀ ਨੂੰ ਕਿਹਾ ਕਿ ਉਸ ਵਾਸਤੇ ਸੋਨੇ ਦਾ ਸੇਬ ਉਸ ਨੂੰ ਕਿਤੇ ਵੀ ਨਹੀਂ ਮਿਲਿਆ। ਇਸ ਲਈ ਹੋ ਸਕਦਾ ਹੈ ਕਿ ਉਹ ਦੁਖੀ ਹੋਵੇ। ਪਰ ਛੋਟੀ ਧੀ ਨੇ ਆਪਣੇ ਪਿਤਾ ਨੂੰ ਬੜੇ ਪਿਆਰ ਨਾਲ ਕਿਹਾ, ਕੋਈ ਗੱਲ ਨਹੀਂ, ਜੇ ਸੇਬ ਨਹੀਂ ਮਿਲਿਆ, ਤੁਸੀਂ ਵਪਾਰ ਕਰਨ ਤਾਂ ਜਾਂਦੇ ਹੀ ਰਹਿੰਦੇ ਹੋ। ਹਾਂ, ਜੇਕਰ ਕਦੇ ਮਿਲੇ ਤਾਂ ਲੈ ਆਉਣਾ। ਮੈਂ ਉਸ ਤਰ੍ਹਾਂ ਵੀ ਖੁਸ਼ ਹਾਂ। ਇਹ ਕਹਿੰਦਿਆਂ ਵੀ ਛੋਟੀ ਧੀ ਬਿਲਕੁਲ ਉਦਾਸ ਨਹੀਂ ਸੀ। ਤੇ ਪਿਤਾ ਦਾ ਲਗਾਵ ਇਸੇ ਕਰਕੇ ਆਪਣੀ ਛੋਟੀ ਧੀ ਨਾਲ ਜ਼ਿਆਦਾ ਸੀ, ਕਿਉਂਕਿ ਉਸ ਕੋਲ ਹਰ ਮੁਸ਼ਕਿਲ ਦਾ ਤੇ ਹਰ ਚੀਜ਼ ਦਾ ਹੱਲ ਹੁੰਦਾ ਸੀ। ਉਹ ਕਿਸੇ ਚੀਜ਼ ਲਈ ਵੀ ਪਰੇਸ਼ਾਨ ਨਹੀਂ ਸੀ ਹੁੰਦੀ। ਫਿਰ ਇੱਕ ਦਿਨ ਇੱਕ ਰਾਜਕੁਮਾਰ ਘੋੜੇ ਤੋਂ ਸਵਾਰ ਹੋ ਕੇ ਇੱਕ ਰਾਜ ਤੋਂ ਦੂਜੇ ਰਾਜ ਦਾ ਸਫ਼ਰ ਕਰ ਰਿਹਾ ਸੀ। ਸਫ਼ਰ ਕਰਦੇ ਕਰਦੇ ਦੌਰਾਨ ਉਹ ਵਪਾਰੀ ਦੇ ਸ਼ਹਿਰ ਪਹੁੰਚਿਆ ਤੇ ਬਿਲਕੁਲ ਵਪਾਰੀ ਦੇ ਘਰ ਨੇੜੇ ਆ ਗਿਆ। ਤੇ ਜਦ ਰਾਜਕੁਮਾਰ ਵਪਾਰੀ ਦੇ ਘਰ ਨੇੜੇ ਆਇਆ ਤਾਂ ਉਸਨੇ ਘਰ ਦੇ ਵਿੱਚ ਵਪਾਰੀ ਦੀ ਛੋਟੀ ਧੀ ਨੂੰ ਵੇਖਿਆ, ਜੋ ਉਸ ਨੂੰ ਬਹੁਤ ਪਸੰਦ ਆਈ। ਉਸਨੇ ਮਹਿਸੂਸ ਕੀਤਾ ਕਿ ਇਹ ਲੜਕੀ ਹੀ ਉਸਦੀ ਰਾਣੀ ਬਣਨ ਦੇ ਯੋਗ ਹੈ। ਇਹ ਸੋਚ ਕੇ ਉਹ ਸਿੱਧਾ ਵਪਾਰੀ ਕੋਲ ਪਹੁੰਚ ਗਿਆ। ਸਾਰੀ ਗੱਲ ਵਪਾਰੀ ਨੂੰ ਕਹਿ ਸੁਣਾਈ ਕਿ ਉਹ ਤੁਹਾਡੀ ਛੋਟੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਵਪਾਰੀ ਰਾਜਕੁਮਾਰ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ, ਪਰ ਕਹਿਣ ਲੱਗਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੇਰੀਆਂ ਵੱਡੀਆਂ ਧੀਆਂ ਵਿਆਹੁਣ ਵਾਲੀਆਂ ਹਨ। ਮੈਂ ਉਹਨਾਂ ਦੇ ਵਿਆਹ ਤੋਂ ਬਿਨਾਂ ਛੋਟੀ ਧੀ ਦਾ ਵਿਆਹ ਕਿਵੇਂ ਕਰ ਸਕਦਾ ਹਾਂ? ਜੇ ਤੁਸੀਂ ਚਾਹੋ ਤਾਂ ਮੇਰੀ ਵੱਡੀ ਧੀ ਨਾਲ ਵਿਆਹ ਕਰਵਾ ਸਕਦੇ ਹੋ। ਵਪਾਰੀ ਦੀਆਂ ਵੱਡੀਆਂ ਧੀਆਂ ਵੀ ਬਹੁਤ ਸੋਹਣੀਆਂ ਸਨ। ਉਹ ਵੀ ਰਾਣੀ ਬਣਨ ਦੇ ਲਾਇਕ ਸਨ। ਰਾਜਕੁਮਾਰ ਨੇ ਕਿਹਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਆਪਣੇ ਮਾਤਾ ਪਿਤਾ ਨੂੰ ਪੁੱਛਣਾ ਚਾਹੁੰਦਾ ਹਾਂ। ਇਸ ਲਈ ਮੈਂ ਸਭ ਤੋਂ ਵੱਡੀ ਬੇਟੀ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ, ਉਹਨਾਂ ਨੂੰ ਮਿਲਾਉਣ ਵਾਸਤੇ। 2 ਦਿਨਾਂ ਦੇ ਅੰਦਰ ਵਾਪਸ ਆ ਜਾਵਾਂਗਾ। ਵਪਾਰੀ ਨੇ ਰਾਜਕੁਮਾਰ ਨਾਲ ਆਪਣੀ ਧੀ ਨੂੰ ਭੇਜ ਦਿੱਤਾ ਤੇ ਰਾਜਕੁਮਾਰ ਵਪਾਰੀ ਦੀ ਵੱਡੀ ਕੁੜੀ ਨੂੰ ਲੈ ਕੇ ਘੋੜੇ 'ਤੇ ਬੈਠ ਗਿਆ। ਤੇ ਥੋੜ੍ਹੀ ਦੂਰ ਜਾ ਕੇ ਹੀ ਉਸਨੇ ਆਪਣੇ ਘੋੜੇ ਨੂੰ ਕਿਹਾ, ਹੇ ਮੇਰੇ ਪੌਣ ਘੋੜੇ, ਚੱਲ ਚੱਲ, ਮੈਨੂੰ ਮੇਰੇ ਜਾਦੂ ਦੇ ਘਰ ਲੈ ਚੱਲ। ਕੁਛ ਹੀ ਦੇਰ ਵਿੱਚ ਘੋੜਾ ਹਵਾ ਦੀ ਤਰ੍ਹਾਂ ਰਫ਼ਤਾਰ ਨਾਲ ਉੱਡ ਗਿਆ। ਕਈ ਰਾਜਾਂ ਅਤੇ ਦਰਿਆਵਾਂ ਨੂੰ ਪਿੱਛੇ ਛੱਡਦਾ ਹੋਇਆ ਘੋੜਾ ਇੱਕ ਜੰਗਲ ਵਿੱਚ ਇੱਕ ਛੋਟੇ ਜਿਹੇ ਮਹਿਲ ਕੋਲ ਪਹੁੰਚਿਆ। ਰਾਜਕੁਮਾਰ ਘੋੜੇ ਤੋਂ ਉਤਰਿਆ ਤਾਂ ਉਸਨੇ ਵਪਾਰੀ ਦੀ ਵੱਡੀ ਕੁੜੀ ਨੂੰ ਘੋੜੇ ਤੋਂ ਉਤਾਰਿਆ ਤੇ ਆਪਣੇ ਨਾਲ ਉਸ ਘਰ ਵਿੱਚ ਲੈ ਗਿਆ। ਘਰ ਵਿੱਚ ਜਾਂਦਿਆਂ ਹੀ ਰਾਜਕੁਮਾਰ ਨੇ ਉਸ ਕੁੜੀ ਨੂੰ ਬੜੇ ਹੀ ਸੋਹਣੇ ਪੋਲੇ ਤੇ ਮਖਮਲ ਦੇ ਗੱਦੇ 'ਤੇ ਬਿਠਾਇਆ ਤੇ ਦਾਸੀ ਨੂੰ ਉਸ ਵਾਸਤੇ ਸ਼ਰਬਤ ਲਿਆਉਣ ਲਈ ਕਿਹਾ। ਦਾਸੀ ਰਾਜਕੁਮਾਰ ਦੀ ਗੱਲ ਸੁਣ ਕੇ ਉਸ ਵਪਾਰੀ ਦੀ ਧੀ ਵਾਸਤੇ ਸ਼ਰਬਤ ਲੈ ਕੇ ਆਈ ਤੇ ਰਾਜਕੁਮਾਰ ਦੇ ਕਹਿਣ 'ਤੇ ਹੀ ਵਪਾਰੀ ਦੀ ਧੀ ਨੇ ਉਹ ਸ਼ਰਬਤ ਪੀ ਲਿਆ। ਫਿਰ ਰਾਜਕੁਮਾਰ ਨੇ ਵਪਾਰੀ ਦੀ ਵੱਡੀ ਧੀ ਕੋਲੋਂ ਪੁੱਛਿਆ ਕਿ ਤੁਸੀਂ ਕਦੀ ਇੰਨੇ ਨਰਮ ਗੱਦੇ 'ਤੇ ਬੈਠੇ ਹੋ ਤੇ ਕਦੀ ਇੰਨਾ ਮਿੱਠਾ ਸ਼ਰਬਤ ਪੀਤਾ ਹੈ? ਵਪਾਰੀ ਦੀ ਧੀ ਨੇ ਕਿਹਾ, ਮੈਂ ਕਦੀ ਵੀ ਇੰਨੇ ਨਰਮ ਅਤੇ ਮਖਮਲੀ ਗੱਦੇ 'ਤੇ ਨਹੀਂ ਬੈਠੀ ਤੇ ਨਾ ਹੀ ਕਦੇ ਮੈਂ ਇੰਨਾ ਮਿੱਠਾ ਸ਼ਰਬਤ ਪੀਤਾ ਹੈ। ਰਾਜਕੁਮਾਰ ਕਹਿਣ ਲੱਗਾ, ਮੇਰੇ ਸਵਾਲ ਦੇ ਜਵਾਬ ਵਿੱਚ ਜੋ ਤੂੰ ਕਿਹਾ ਹੈ ਉਹ ਕਦੇ ਵੀ ਰਾਣੀ ਬਣਨ ਦੇ ਜੋ ਕੁੜੀ ਦੇ ਮੂੰਹੋਂ ਨਹੀਂ ਨਿਕਲ ਸਕਦਾ। ਇਸ ਲਈ ਮੈਂ ਤੈਨੂੰ ਆਪਣੀ ਰਾਣੀ ਨਹੀਂ ਬਣਾ ਸਕਦਾ। ਮੈਂ ਤੈਨੂੰ ਆਪਣੇ ਮਾਤਾ ਪਿਤਾ ਨਾਲ ਨਹੀਂ ਮਿਲਾ ਸਕਦਾ। ਮੈਂ ਤੈਨੂੰ ਤੇਰੇ ਪਿਤਾ ਦੇ ਘਰ ਛੱਡ ਕੇ ਆਵਾਂਗਾ। ਫਿਰ ਰਾਜਕੁਮਾਰ ਵਪਾਰੀ ਦੀ ਵੱਡੀ ਧੀ ਨੂੰ ਲੈ ਕੇ ਵਪਾਰੀ ਕੋਲ ਪਹੁੰਚ ਗਿਆ ਅਤੇ ਇਸ ਤੋਂ ਬਾਅਦ ਰਾਜਕੁਮਾਰ ਵਪਾਰੀ ਦੀ ਵਿਚਕਾਰਲੀ ਧੀ ਨੂੰ ਲੈ ਕੇ ਆਪਣੇ ਘਰ ਆਇਆ ਤੇ ਆਉਂਦਿਆਂ ਹੀ
ਵੱਡੀ ਧੀ ਵਾਂਗੂ ਉਸ ਨੂੰ ਵੀ ਇੱਕ ਮਖਮਲ ਪੋਲੇ ਤੇ ਨਰਮ ਗੱਦੇ ਤੇ ਬਿਠਾ ਕੇ ਸ਼ਰਬਤ ਪਿਆਇਆ। ਫਿਰ ਦੁਬਾਰਾ ਰਾਜਕੁਮਾਰ ਨੇ ਉਸ ਨੂੰ ਇਹੀ ਸਵਾਲ ਪੁੱਛਿਆ ਕਿ ਤੁਸੀਂ ਕਦੀ ਇੰਨਾ ਚੰਗਾ ਸ਼ਰਬਤ ਪੀਤਾ ਹੈ? ਕਿ ਤੁਸੀਂ ਕਦੀ ਇੰਨੇ ਮਖਮਲੀ ਗੱਦੇ ਤੇ ਬੈਠੇ ਹੋ? ਵਪਾਰੀ ਦੀ ਵਿਚਕਾਰਲੀ ਧੀ ਨੇ ਵੀ ਇਹੀ ਕਿਹਾ, ਨਾ ਤਾਂ ਮੈਂ ਕਦੀ ਇੰਨਾ ਮਿੱਠਾ ਸ਼ਰਬਤ ਪੀਤਾ ਹੈ ਤੇ ਨਾ ਹੀ ਮੈਂ ਕਦੀ ਮਖਮਲੀ ਗੱਦੇ ਤੇ ਬੈਠੀ ਹਾਂ। ਰਾਜਕੁਮਾਰ ਉਸ ਦਾ ਉੱਤਰ ਸੁਣ ਕੇ ਨਿਰਾਸ਼ ਹੋਇਆ। ਫਿਰ ਰਾਜਕੁਮਾਰ ਵਪਾਰੀ ਦੀ ਵਿਚਕਾਰਲੀ ਧੀ ਨੂੰ ਵਾਪਸ ਵਪਾਰੀ ਕੋਲ ਛੱਡ ਆਇਆ ਤੇ ਫਿਰ ਦੋਵਾਂ ਭੈਣਾਂ ਵਾਂਗ ਛੋਟੀ ਧੀ ਨੂੰ ਰਾਜਕੁਮਾਰ ਨਾਲ ਲੈ ਕੇ ਆਪਣੇ ਮਹਿਲ ਵਿੱਚ ਆ ਗਿਆ। ਆਉਂਦਿਆਂ ਹੀ ਉਸਨੇ ਵੀ ਛੋਟੀ ਧੀ ਨੂੰ ਪਹਿਲਾਂ ਦੋਵਾਂ ਭੈਣਾਂ ਵਾਂਗ ਨਰਮ ਤੇ ਮਖਮਲੀ ਗੱਦੇ ਤੇ ਬਿਠਾਇਆ ਤੇ ਫਿਰ ਸ਼ਰਬਤ ਪਿਆਇਆ। ਫਿਰ ਬਾਅਦ ਵਿੱਚ ਰਾਜਕੁਮਾਰ ਉਸ ਨੂੰ ਪੁੱਛਣ ਲੱਗਾ ਕਿ ਤੁਸੀਂ ਕਦੀ ਇੰਨਾ ਮਿੱਠਾ ਸ਼ਰਬਤ ਪੀਤਾ ਹੈ? ਕਿ ਤੁਸੀਂ ਕਦੀ ਮਖਮਲੀ ਗੱਦੇ ਤੇ ਬੈਠੇ ਹੋ? ਰਾਜਕੁਮਾਰ ਦਾ ਜਵਾਬ ਸੁਣ ਕੇ ਵਪਾਰੀ ਦੀ ਛੋਟੀ ਧੀ ਹੱਸਣ ਲੱਗੀ ਤੇ ਕਹਿਣ ਲੱਗੀ, ਰਾਜਕੁਮਾਰ ਜੀ, ਮਾਂ ਦੀ ਗੋਦ ਇਸ ਮਖਮਲੀ ਤੇ ਨਰਮ ਗੱਦੇ ਤੋਂ ਵੀ ਨਰਮ ਹੈ। ਉਹ ਇੰਨੀ ਨਰਮ ਹੈ ਕਿ ਉਸ ਵਰਗਾ ਨਰਮ ਦੂਸਰਾ ਕੋਈ ਵੀ ਨਹੀਂ ਤੇ ਮਾਂ ਦਾ ਦੁੱਧ ਇਸ ਸ਼ਰਬਤ ਨਾਲੋਂ ਕਈ ਗੁਣਾ ਮਿੱਠਾ ਹੈ। ਤੇ ਰਾਜਕੁਮਾਰ ਵਪਾਰੀ ਦੀ ਛੋਟੀ ਧੀ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ। ਉਸਨੇ ਛੋਟੀ ਧੀ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਾਇਆ ਅਤੇ ਕਿਹਾ ਕਿ ਉਹ ਇਸ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ, ਇਸ ਨੂੰ ਰਾਣੀ ਬਣਾਉਣਾ ਚਾਹੁੰਦਾ ਹੈ। ਰਾਜਕੁਮਾਰ ਦੇ ਮਾਤਾ ਪਿਤਾ ਵੀ ਮੰਨ ਗਏ ਤੇ ਫਿਰ ਰਾਜਕੁਮਾਰ, ਉਸਦੇ ਮਾਤਾ ਪਿਤਾ ਤੇ ਵਪਾਰੀ ਦੀ ਛੋਟੀ ਧੀ ਵਪਾਰੀ ਦੇ ਕੋਲ ਪਹੁੰਚੇ ਤੇ ਰਾਜਕੁਮਾਰ ਨੇ ਵਪਾਰੀ ਨੂੰ ਆਪਣੀਆਂ ਸਾਰੀਆਂ ਗੱਲਾਂ ਦੱਸੀਆਂ ਕਿ ਉਹ ਤੁਹਾਡੀਆਂ ਦੋਵਾਂ ਵੱਡੀਆਂ ਧੀਆਂ ਦੇ ਸਵਾਲਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ, ਇਸ ਲਈ ਉਹ ਉਹਨਾਂ ਨਾਲ ਵਿਆਹ ਨਹੀਂ ਕਰਾ ਸਕਦਾ। ਉਹ ਤੁਹਾਡੀ ਸਿਰਫ ਛੋਟੀ ਧੀ ਨਾਲ ਹੀ ਵਿਆਹ ਕਰਾਵੇਗਾ। ਤੇ ਵਪਾਰੀ ਰਾਜਕੁਮਾਰ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ। ਉਹ ਰਾਜਕੁਮਾਰ ਦੀਆਂ ਗੱਲਾਂ ਤੋਂ ਬਹੁਤ ਸੰਤੁਸ਼ਟ ਸੀ, ਇਸ ਲਈ ਵਪਾਰੀ ਨੇ ਆਪਣੀ ਛੋਟੀ ਧੀ ਦਾ ਰਿਸ਼ਤਾ ਰਾਜਕੁਮਾਰ ਦੇ ਨਾਲ ਕਰ ਦਿੱਤਾ ਤੇ ਉਹ ਦੋਵਾਂ ਦਾ ਜੀਵਨ ਹਸੀ ਖੁਸ਼ੀ ਬਤੀਤ ਹੋਣ ਲੱਗਾ। ਇਸ ਕਹਾਣੀ ਦਾ ਭਾਵ ਇਹ ਹੈ ਕਿ ਬੇਸ਼ੱਕ ਕਿ ਤੁਸੀਂ ਕਿੰਨੇ ਵੀ ਸੋਹਣੇ ਤੇ ਅਮੀਰ ਹੋਵੋ, ਤੁਹਾਡੀ ਸਮਝਦਾਰੀ ਹੀ ਤੁਹਾਨੂੰ ਅਗਾਂਹ ਲੈ ਕੇ ਜਾਂਦੀ ਹੈ। ਧੰਨਵਾਦ ਜੀ।